ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੇ ਈਰਖਿਆਲੂ ਲੋਕ ਹੁੰਦੇ ਨੇ ਉਹ ਉਸ ਪਰਮਾਤਮਾ ਦੇ ਭਗਤਾਂ ਨਾਲ ਵੈਰ ਕਮਾਉਂਦੇ ਨੇ, ਉਹਨਾਂ ਦੀ ਈਰਖਿਆ ਕਰਦੇ ਨੇ ਅਤੇ ਜਿਹੜੇ ਦੁਸ਼ਟ ਹੁੰਦੇ ਨੇ ਉਹਨਾਂ ਦਾ ਸਾਥ ਦਿੰਦੇ ਨੇ। ਗੁਰੂ ਪਿਆਰਿਓ, ਐਵੇਂ ਹੀ ਸ਼੍ਰੋਮਣੀ ਕੋਟੀ ਦੇ ਭਗਤ ਨਾਮਦੇਵ ਜੀ ਹੋਏ ਨੇ, ਜਿਨ੍ਹਾਂ ਤੋਂ ਉਹਨਾਂ ਦੇ ਈਰਖਿਆਲੂ ਲੋਕ ਸੀ, ਬੜੀ ਈਰਸ਼ਾ ਕਰਿਆ ਕਰਦੇ ਸੀ, ਮਨ ਵਿੱਚ ਬੜਾ ਸਾੜ ਰੱਖਿਆ ਕਰਦੇ ਸੀ ਭਗਤ ਜੀ ਬਾਰੇ। ਗੁਰੂ ਪਿਆਰਿਓ, ਇੱਕ ਸਮੇਂ ਦੀ ਗੱਲ ਹੈ, ਜਦੋਂ ਭਗਤ ਨਾਮਦੇਵ ਜੀ ਤੀਰਥ ਯਾਤਰਾਵਾਂ ਕਰਦੇ ਹੋਏ ਵਾਪਸ ਆ ਰਹੇ ਸੀ ਤਾਂ ਉਹਨਾਂ ਨੇ ਦਿੱਲੀ ਦੇ ਯਮੁਨਾ ਦੇ ਕਿਨਾਰੇ ਆਪਣਾ ਡੇਰਾ ਲਾ ਲਿਆ। ਗੁਰੂ ਪਿਆਰਿਓ, ਜਦੋਂ ਭਗਤ ਨਾਮਦੇਵ ਜੀ ਦੀ ਕਰਾਮਾਤਾਂ ਦੀ ਚਰਚਾ ਹੋਣ ਲੱਗੀ ਤਾਂ ਉੱਥੇ ਦੇ ਰਹਿਣ ਵਾਲੇ ਹਿੰਦੂ ਮੁਸਲਮਾਨ ਸਭ ਲੋਕ ਆ ਕਰ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਲੱਗੇ। ਤਾਂ ਗੁਰੂ ਪਿਆਰਿਓ, ਜਿੱਥੇ ਭਗਤਾਂ ਦੇ ਦਰਸ਼ਨਾਂ ਲਈ ਲੋਕੀ ਆ ਰਹੇ ਸੀ, ਉੱਥੇ ਕੁਝ ਈਰਸ਼ਾਲੂ ਲੋਕ ਵੀ ਹੈਗੇ ਸੀ ਜਿਹੜੇ ਭਗਤ ਜੀ ਤੋਂ ਬਹੁਤ ਈਰਸ਼ਾ ਕਰਦੇ ਸੀ। ਤਾਂ ਜਿਹੜੇ ਉਹ ਈਰਸ਼ਾਲੂ ਲੋਕ ਸੀ, ਜਾ ਕੇ ਦਿੱਲੀ ਦੇ ਬਾਦਸ਼ਾਹ ਨੂੰ ਆਖਣ ਲੱਗੇ, ਬਾਦਸ਼ਾਹ, ਸੁਣਿਆ ਹੈ ਤੇਰੀ ਨਗਰੀ ਵਿੱਚ ਇੱਕ ਭਗਤ ਆਇਆ ਹੈ ਜਿਹੜਾ ਆਪਣੇ ਆਪ ਨੂੰ ਉੱਚ ਕੋਟੀ ਦਾ ਭਗਤ ਅਖਵਾਉਂਦਾ ਹੈ, ਅਤੇ ਕਿਉਂ ਨਾ ਤੂੰ ਇੱਕ ਵਾਰ ਭਗਤ ਦੀ ਪਰਖ ਹੀ ਕਰ ਲੈ। ਬਾਦਸ਼ਾਹ ਨੇ ਕੀ ਕੀਤਾ? ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਭੇਜ ਕੇ ਭਗਤ ਨਾਮਦੇਵ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾ ਲਿੱਤਾ ਅਤੇ ਆਖਣ ਲੱਗਾ, ਭਗਤ ਜੀ, ਮੇਰੀ ਇੱਕ ਗਾਂ ਮਰ ਗਈ ਹੈ ਜਿਹੜੀ ਮੈਨੂੰ ਬਹੁਤ ਪਿਆਰੀ ਹੈ, ਅਤੇ ਉਸ ਗਾਂ ਦਾ ਮਿੱਠਾ ਦੁੱਧ ਪੀਤੇ ਬਿਨਾਂ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ। ਤਾਂ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ, ਤੁਹਾਡੀ ਬਹੁਤ ਚਰਚਾ ਸੁਣੀ ਹੈ, ਤੁਹਾਡੀ ਕਰਾਮਾਤਾਂ ਦੀ ਚਰਚਾ ਸੁਣੀ ਹੈ, ਤੁਸੀਂ ਕਿਰਪਾ ਕਰੋ ਅਤੇ ਮੇਰੀ ਗਾਂ ਨੂੰ ਜਿੰਦਾ ਕਰ ਦਿਓ। ਭਗਤ ਨਾਮਦੇਵ ਜੀ ਆਖਣ ਲੱਗੇ, ਬਾਦਸ਼ਾਹ, ਇਹ ਕੰਮ ਖੁਦਾ ਦਾ ਹੈ, ਇਹ ਕੰਮ ਉਸ ਪਰਮਾਤਮਾ ਦਾ ਹੈ, ਮੈਂ ਤੇਰੀ ਗਾਂ ਜਿੰਦਾ ਨਹੀਂ ਕਰ ਸਕਦਾ। ਤਾਂ ਬਾਦਸ਼ਾਹ ਆਖਣ ਲੱਗਿਆ, ਭਗਤ ਜੀ, ਜਾਂ ਤਾਂ ਤੁਸੀਂ ਮੇਰੀ ਗਾਂ ਨੂੰ ਜਿੰਦਾ ਕਰ ਦਿਓ, ਨਹੀਂ ਤਾਂ ਫਿਰ ਮੇਰਾ ਇਸਲਾਮ ਧਰਮ ਕਬੂਲ ਕਰ ਲਓ। ਤਾਂ ਭਗਤ ਜੀ ਕਹਿਣ ਲੱਗੇ, ਬਾਦਸ਼ਾਹ, ਧਰਮ ਤਾਂ ਇੱਕ ਹੀ ਹੁੰਦਾ ਹੈ। ਹੁਣ ਜਿਹੜਾ ਬਾਦਸ਼ਾਹ ਹੈ ਉਹ ਗੁੱਸੇ ਨਾਲ ਲਾਲ ਹੋ ਗਿਆ ਅਤੇ ਆਖਣ ਲੱਗਾ, ਭਗਤ ਜੀ, ਜੇ ਤੁਹਾਨੂੰ ਮੇਰੀਆਂ ਦੋਨਾਂ ਸ਼ਰਤਾਂ ਨਹੀਂ ਮਨਜ਼ੂਰ ਤਾਂ ਮੈਂ ਤੁਹਾਡਾ ਕਤਲ ਕਰਵਾ ਦਿਆਂਗਾ। ਭਗਤ ਜੀ ਆਖਣ ਲੱਗੇ, ਬਾਦਸ਼ਾਹ, ਭਾਵੇਂ ਤੂੰ ਮੇਰਾ ਕਤਲ ਕਰਵਾ ਦੇ, ਲੇਕਿਨ ਮੈਂ ਤੇਰੀ ਗਾਂ ਜਿੰਦਾ ਨਹੀਂ ਕਰ ਸਕਦਾ। ਹੁਣ ਜਿਹੜਾ ਬਾਦਸ਼ਾਹ ਹੈ, ਬਾਦਸ਼ਾਹ ਨੇ ਕੀ ਕੀਤਾ? ਬਾਦਸ਼ਾਹ ਨੇ ਆਖਿਆ, ਭਗਤ ਜੀ, ਮੈਂ ਤੁਹਾਨੂੰ 7 ਘੜੀਆਂ ਦਾ ਸਮੇਂ ਦਿੰਦਾ ਹਾਂ, ਜੇ ਤੁਸੀਂ 7 ਘੜੀਆਂ ਦੀ ਮੋਹਲਤ ਦੇ ਵਿੱਚ ਮੇਰੀ ਗਾਂ ਜਿੰਦਾ ਨਹੀਂ ਕੀਤੀ ਤਾਂ ਮੈਂ ਤੁਹਾਨੂੰ ਕਤਲ ਕਰਾ ਦਿਆਂਗਾ। ਇਹ ਸੁਣ ਕੇ ਜਿਹੜੇ ਉੱਥੇ ਦੇ ਭਗਤ ਜੀ ਦੇ ਸੇਵਕ ਸੀ ਉਹ ਬਹੁਤ ਉਦਾਸ ਹੋ ਗਏ ਅਤੇ ਬਾਦਸ਼ਾਹ ਨੂੰ ਆਖਣ ਲੱਗੇ, ਬਾਦਸ਼ਾਹ, ਤੂੰ ਸਾਡੇ ਤੋਂ ਜੋ ਚਾਹੁੰਦਾ ਹੈ ਲੈ ਲੈ, ਲੇਕਿਨ ਭਗਤ ਜੀ ਨੂੰ ਛੱਡ ਦੇ। ਬਾਦਸ਼ਾਹ ਨਹੀਂ ਮੰਨਿਆ। ਗੁਰੂ ਪਿਆਰਿਓ, ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਕਾਰਾਗਾਰ ਵਿੱਚ ਬੰਦ ਕਰ ਦਿੱਤਾ ਅਤੇ ਭਗਤ ਜੀ ਆਪਣੀ ਪ੍ਰੇਮਾ ਭਗਤੀ ਵਿੱਚ ਫਿਰ ਤੋਂ ਜੁੜ ਗਏ। ਤਾਂ ਗੁਰੂ ਪਿਆਰਿਓ, ਜਦੋਂ ਭਗਤ ਨਾਮਦੇਵ ਜੀ ਭਗਤੀ ਕਰ ਰਹੇ ਨੇ, ਭਗਵਾਨ ਪ੍ਰਗਟ ਹੋ ਗਏ ਅਤੇ ਆਖਣ ਲੱਗੇ, ਨਾਮਦੇਵ, ਜੇ ਤੂੰ ਆਖੇ ਤਾਂ ਮੈਂ ਇਹ ਸਾਰਾ ਸ਼ਹਿਰ ਸਾੜ ਕੇ ਸਵਾਹ ਕਰ ਦਿਆਂ, ਜੇ ਤੂੰ ਕਹੇ ਤਾਂ ਮੈਂ ਬਾਦਸ਼ਾਹ ਨੂੰ ਮਾਰ ਦਿਆਂ, ਇਹਦਾ ਤਖਤਾ ਪਲਟ ਕਰਾ ਦਿਆਂ। ਤਾਂ ਭਗਤ ਜੀ ਆਖਣ ਲੱਗੇ, ਭਗਵਾਨ ਜੀ, ਇਹ ਸਭ ਤੁਹਾਡੇ ਹੀ ਰੂਪ ਨੇ, ਇਹ ਸਭ ਤਾਂ ਤੁਹਾਡੇ ਹੀ ਬਣਾਏ ਹੋਏ ਨੇ, ਤੁਸੀਂ ਗਾਂ ਨੂੰ ਹੀ ਜਿੰਦਾ ਕਰ ਦਿਓ। ਇਹ ਸੁਣ ਕੇ ਭਗਵਾਨ ਜੀ ਨਾਮਦੇਵ ਤੋਂ ਬੜੇ ਖੁਸ਼ ਹੋਏ ਅਤੇ ਨਾਮਦੇਵ ਜੀ ਨੂੰ ਆਪਣੀ ਜੱਫੀ ਵਿੱਚ ਲੈ ਲਿੱਤਾ। ਗੁਰੂ ਪਿਆਰਿਓ, ਹੁਣ ਸੁਲਤਾਨ ਜਿਹੜਾ ਬਾਦਸ਼ਾਹ ਹੈ ਉਸ ਦੀ ਗਾਂ ਜਿੰਦਾ ਹੋ ਗਈ। ਭਗਤ ਜੀ ਨੇ ਦੁੱਧ ਚੋਇਆ ਅਤੇ ਦੁੱਧ ਜਾ ਕੇ ਬਾਦਸ਼ਾਹ ਨੂੰ ਭੇਟ ਕੀਤਾ। ਆਖਿਆ, ਬਾਦਸ਼ਾਹ, ਇਹ ਲੈ ਤੇਰੀ ਗਾਂ ਅਤੇ ਇਹ ਤੇਰੀ ਗਾਂ ਦਾ ਦੁੱਧ।
ਬਾਦਸ਼ਾਹ ਆਪਣੇ ਆਪ ਵਿੱਚ ਬੜਾ ਸ਼ਰਮਿੰਦਾ ਹੋਇਆ। ਤਾਂ ਗੁਰੂ ਪਿਆਰਿਓ, ਜਦੋਂ ਬਾਦਸ਼ਾਹ ਆਪਣੇ ਮਹਿਲਾਂ ਨੂੰ ਵਾਪਸ ਗਿਆ ਹੈ, ਸ਼ਾਮਾਂ ਨੂੰ ਉਹਦੇ ਢਿੱਡ ਵਿੱਚ ਬਹੁਤ ਦਰਦ ਉੱਠਣ ਲੱਗ ਪਿਆ। ਤਾਂ ਗੁਰੂ ਪਿਆਰਿਓ, ਉਹ ਬਾਦਸ਼ਾਹ ਭਗਤ ਨਾਮਦੇਵ ਜੀ ਦੇ ਕੋਲ ਗਿਆ ਅਤੇ ਮਾफ़ੀ ਮੰਗੀ। ਆਖਣ ਲੱਗਾ, ਭਗਤ ਜੀ, ਤੁਸੀਂ ਪੂਰਨ ਭਗਤ ਹੋ, ਤੁਸੀਂ ਸੰਪੂਰਨ ਭਗਤ ਹੋ, ਤੁਸੀਂ ਮੈਨੂੰ ਮਾफ़ ਕਰ ਦਿਓ। ਤਾਂ ਭਗਤ ਨਾਮਦੇਵ ਜੀ ਵਿਨਮਰ ਹਿਰਦੇ ਵਾਲੇ, ਉਹਨਾਂ ਨੇ ਬਾਦਸ਼ਾਹ ਨੂੰ ਮਾफ़ ਕਰ ਦਿੱਤਾ। ਗੁਰੂ ਪਿਆਰਿਓ, ਤਾਂ ਬਾਦਸ਼ਾਹ ਆਖਣ ਲੱਗਾ, ਭਗਤ ਜੀ, ਤੁਸੀਂ ਮੇਰੇ ਕੋਲੋਂ ਸੋਨਾ ਲੈ ਲਓ, ਮੋਹਰਾਂ ਲੈ ਲਓ, ਜੋ ਚਾਹੋ ਹਾਥੀ ਘੋੜੇ ਸਭ ਲੈ ਲਓ, ਮੈਂ ਤੁਹਾਨੂੰ ਇਹ ਭੇਟਾ ਕਰਨਾ ਚਾਹੁੰਦਾ ਹਾਂ। ਤਾਂ ਭਗਤ ਨਾਮਦੇਵ ਜੀ ਨੇ ਇਹ ਸਭ ਕੁਝ ਲੈਣ ਤੋਂ ਇਨਕਾਰ ਕਰ ਦਿੱਤਾ। ਤਾਂ ਗੁਰੂ ਪਿਆਰਿਓ, ਉਸ ਬਾਦਸ਼ਾਹ ਨੇ ਇੱਕ ਸੋਨੇ ਦਾ ਪਲੰਗ ਭਗਤ ਨਾਮਦੇਵ ਜੀ ਦੀ ਭੇਟਾਂ ਵਾਸਤੇ ਅਹਿਲਕਾਰਾਂ ਦੇ ਹੱਥ ਭਿਜਵਾ ਦਿੱਤਾ। ਤਾਂ ਗੁਰੂ ਪਿਆਰਿਓ, ਜਿਸ ਸਮੇਂ ਭਗਤ ਜੀ ਨੂੰ ਉਹ ਪਲੰਗ ਮਿਲਿਆ, ਉਹਨਾਂ ਨੇ ਉਹ ਪਲੰਗ ਦਰਿਆ ਦੇ ਵਿੱਚ ਸੁੱਟਵਾ ਦਿੱਤਾ। ਤਾਂ ਗੁਰੂ ਪਿਆਰਿਓ, ਜਿਹੜੇ ਈਰਸ਼ਾਲੂ ਲੋਕ ਹੁੰਦੇ ਨੇ ਨਾ, ਈਰਸ਼ਾਲੂ ਲੋਕ, ਉਹ ਆਪਣਾ ਕੰਮ ਕਰਨ ਤੋਂ ਕਦੇ ਵੀ ਬਾਜ਼ ਨਹੀਂ ਆਉਂਦੇ। ਤੇ ਜਾ ਕੇ ਬਾਦਸ਼ਾਹ ਨੂੰ ਚੁਗਲੀ ਲਗਾ ਦਿੱਤੀ। ਬਾਦਸ਼ਾਹ, ਭਗਤ ਨੇ ਤੇ ਤੇਰੇ ਪਲੰਗ ਦੀ, ਉਹ ਵੀ ਜਿਹੜਾ ਸੋਨੇ ਦਾ ਸੀ, ਕੋਈ ਮੁੱਲ ਹੀ ਨਹੀਂ ਪਾਇਆ। ਤੇਰੇ ਦਿੱਤੇ ਹੋਏ ਪਲੰਗ ਦਾ ਕੋਈ ਇੱਜ਼ਤ ਮਾਣ ਹੀ ਨਹੀਂ ਰੱਖਿਆ। ਗੁਰੂ ਪਿਆਰਿਓ, ਜਿਹੜਾ ਬਾਦਸ਼ਾਹ ਹੈ ਉਹ ਭਗਤ ਜੀ ਨੂੰ ਪਹਿਲੇ ਹੀ ਪਰਖ ਚੁੱਕਿਆ ਹੈ। ਉਹ ਫਿਰ ਵੀ ਨਾਮਦੇਵ ਜੀ ਕੋਲ ਜਾ ਕੇ ਕਹਿੰਦਾ ਹੈ, ਭਗਤ ਜੀ, ਮੈਨੂੰ ਮੇਰਾ ਸੋਨੇ ਦਾ ਪਲੰਗ ਵਾਪਸ ਦੇ ਦਿਓ। ਮੇਰਾ ਪੁੱਤਰ ਬਹੁਤ ਜਿੱਦ ਕਰਦਾ ਹੈ ਕਿ ਮੈਂ ਉਸ ਪਲੰਗ 'ਤੇ ਹੀ ਸੋਣਾ ਹੈ। ਤਾਂ ਗੁਰੂ ਪਿਆਰਿਓ, ਨਾਮਦੇਵ ਜੀ ਕਹਿਣ ਲੱਗੇ, ਬਾਦਸ਼ਾਹ, ਤੇਰਾ ਪਲੰਗ ਇਸ ਦਰਿਆ ਦੇ ਵਿੱਚ ਹੈ, ਤਾਂ ਤੂੰ ਆਪਣੇ ਗੋਤਾਖੋਰ ਮੰਗਵਾ ਲੈ ਅਤੇ ਆਪਣਾ ਜਿਹੜਾ ਸੋਨੇ ਦਾ ਪਲੰਗ ਹੈ ਉਹ ਇਸ ਦਰਿਆ ਦੇ ਵਿੱਚੋਂ ਕਢਵਾ ਲੈ। ਕਰਾਮਾਤ ਕੀ ਹੋਈ, ਜਿਸ ਸਮੇਂ ਉਸ ਬਾਦਸ਼ਾਹ ਦੇ ਗੋਤਾਖੋਰ ਦਰਿਆ ਦੇ ਵਿੱਚੋਂ ਉਸ ਪਲੰਗ ਨੂੰ ਕੱਢਣ ਗਏ, ਤਾਂ ਵਾਰੀ-ਵਾਰੀ ਕਰਕੇ ਗੁਰੂ ਪਿਆਰਿਓ 100 ਪਲੰਗ ਇੱਕੋ ਜਿਹੇ ਬਾਹਰ ਆ ਗਏ। ਬਾਦਸ਼ਾਹ ਇਹ ਸਭ ਵੇਖ ਕੇ ਹੈਰਾਨ ਹੋ ਗਿਆ। ਤਾਂ ਗੁਰੂ ਪਿਆਰਿਓ, ਜਦੋਂ ਬਾਦਸ਼ਾਹ ਉਹ ਸੋਨੇ ਦਾ ਪਲੰਗ ਲੈਣ ਲੱਗਿਆ, ਇੱਕ ਪਲੰਗ ਬਾਦਸ਼ਾਹ ਦੇ ਹੱਥ ਲੱਗਿਆ, ਬਾਕੀ ਸਾਰੇ ਪਲੰਗ ਦਰਿਆ ਦੇ ਵਿੱਚ ਬਹਿ ਗਏ। ਹੁਣ ਇਹ ਸਭ ਨਜ਼ਾਰਾ ਵੇਖ ਕੇ ਜਿਹੜਾ ਬਾਦਸ਼ਾਹ ਸੀ ਬਹੁਤ ਹੈਰਾਨ ਹੋ ਗਿਆ ਅਤੇ ਆਖਣ ਲੱਗਿਆ, ਨਾਮਦੇਵ ਜੀ, ਭਗਤ ਜੀ, ਇਹ ਕੀ ਕੋਤਕ ਹੈ? ਭਗਤ ਜੀ ਆਖਣ ਲੱਗੇ, ਬਾਦਸ਼ਾਹ, ਇਹ ਜਿਹੜਾ ਤੇਰਾ ਸੋਨੇ ਦਾ ਬੈੱਡ ਹੈ, ਇਹ ਫਲ ਗਿਆ ਸੀ। ਇਹਦਾ ਫਲ ਤੈਨੂੰ ਮਿਲਣਾ ਸੀ, ਜਿਹੜਾ ਤੂੰ ਆਪਣੀ ਭੈੜੀ ਨੀਅਤ ਕਰਕੇ ਗਵਾ ਬੈਠਾ ਹੈ। ਇਹ ਸਭ ਦੇਖ ਕੇ ਬਾਦਸ਼ਾਹ ਬਹੁਤ ਸ਼ਰਮਿੰਦਾ ਹੋਇਆ ਅਤੇ ਉਸ ਨੇ ਭਗਤ ਨਾਮਦੇਵ ਜੀ ਤੋਂ ਮਾफ़ੀ ਮੰਗੀ। ਗੁਰੂ ਪਿਆਰਿਓ, ਇਹ ਸੀ ਭਗਤ ਨਾਮਦੇਵ ਜੀ ਦੀ ਸਾਖੀ ਅਤੇ ਦਿੱਲੀ ਦੇ ਬਾਦਸ਼ਾਹ ਦੀ ਸਾਖੀ। ਤਾਂ ਗੁਰੂ ਪਿਆਰਿਓ, ਇਸ ਸਾਖੀ ਤੋਂ ਸਾਨੂੰ ਵੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਜੇ ਅਸੀਂ ਕੋਈ ਦਾਨ ਕਰਦੇ ਹਾਂ ਤਾਂ ਸਾਨੂੰ ਉਸ ਦਾਨ ਦਾ ਮਾਣ ਨਹੀਂ ਕਰਨਾ ਚਾਹੀਦਾ। ਸਾਨੂੰ ਉਹ ਤਾਂ ਹੀ ਫਲਦਾ ਹੈ ਜੇ ਅਸੀਂ ਅਹੰਕਾਰ ਵਿੱਚ ਨਾ ਆਈਏ, ਕਿਉਂਕਿ ਗੁਰੂ ਪਿਆਰਿਓ, ਦਾਨ ਦੇਣ ਵਾਲੇ ਹੱਥ ਜ਼ਰੂਰ ਸਾਡੇ ਨੇ, ਮਗਰ ਜਿਹੜਾ ਅਸੀਂ ਦਾਨ ਕਰਦੇ ਹਾਂ ਉਹ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਵਿੱਚੋਂ ਹੀ ਕਰਦੇ ਹਾਂ। ਗੁਰੂ ਪਿਆਰਿਓ, ਅਸੀਂ ਤਾਂ ਸਿਰਫ ਇੱਕ ਜ਼ਰੀਆ ਹਾਂ ਦਾਨ ਕਰਨ ਦਾ। ਤਾਂ ਗੁਰੂ ਪਿਆਰਿਓ, ਇਹੋ ਜੀ ਹੋਰ ਸਾਖੀਆਂ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਗੁਰੂ ਪਿਆਰਿਓ, ਅਤੇ ਇਹ ਸਾਖੀ ਸੁਣਾਉਂਦਿਆਂ ਦਾਸ ਤੋਂ ਕਈ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਆਪ ਸਭ ਸਾਧ ਸੰਗਤ ਅਤੇ ਮੇਰੇ ਗੁਰੂ ਪਾਤਸ਼ਾਹ ਜੀ ਬਖਸ਼ਣਯੋਗ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।